ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਹੈ ਔਖਾ ਕੰਮ ਸੌਖਾ ਕੰਮ। ਕੰਮ ਕੰਮ ਹੁੰਦਾ ਹੈ, ਉਹਦਾ ਔਖਾ ਸੌਖਾ ਹੋਣਾ ਉਹਨੂੰ ਕਰਨ ਵਾਲੇ ਦੀ ਲੋੜ, ਦਿਲਚਸਪੀ ਤੇ ਤਿਆਰੀ ਤੇ ਨਿਰਭਰ ਕਰਦਾ ਹੈ। ਸਫਲ ਵਿਅਕਤੀ ਔਖਾ ਕੰਮ ਪਹਿਲਾਂ ਕਰਦੇ ਹਨ, ਅਸਫਲ ਵਿਅਕਤੀ ਔਖਾ ਕੰਮ ਕਰਦੇ ਹੀ ਨਹੀਂ। ਸੌਖਾ ਕੰਮ ਹਰ ਕੋਈ ਕਰ ਸਕਦਾ ਹੈ, ਔਖਾ ਕੰਮ ਕਰਨ ਵਾਲੇ ਨੂੰ ਮਾਹਿਰ ਕਿਹਾ ਜਾਂਦਾ ਹੈ। ਸਾਰੇ ਮਹੱਤਵਪੂਰਨ ਕੰਮ ਔਖੇ ਹੁੰਦੇ ਹਨ। ਔਖੇ ਕੰਮਾਂ ਦਾ ਹੀ ਮਹੱਤਵ ਹੁੰਦਾ ਹੈ, ਇਹਨਾਂ ਦਾ ਹੀ ਮੁੱਲ ਪੈਂਦਾ ਹੈ ਤੇ ਕਦਰ ਹੁੰਦੀ ਹੈ। ਹਰ ਨਵਾਂ ਕੰਮ ਜਾਂ ਪਹਿਲੀ ਵਾਰੀ ਕੀਤਾ ਜਾਣ ਵਾਲਾ ਹਰੇਕ ਕੰਮ ਔਖਾ ਤੇ ਮੁਸ਼ਕਿਲ ਹੁੰਦਾ ਹੈ। ਔਖੇ ਕੰਮ ਨੂੰ ਕਰਨ ਲਈ ਸੋਚਣਾ ਵਧੇਰੇ ਪੈਂਦਾ ਹੈ, ਮੁਸ਼ਕਿਲ ਕੰਮ ਨੂੰ ਵਕਤ ਵਧੇਰੇ ਲੱਗਦਾ ਹੈ। ਜਦੋਂ ਕੋਈ ਕੰਮ 3 ਵਾਰ ਕਰ ਲਿਆ ਜਾਏ ਤਾਂ ਸਾਰੀਆਂ ਮੁਸ਼ਕਿਲਾਂ ਵਿੱਚੋਂ ਲੰਘਣ ਕਾਰਨ ਉਹ ਸੌਖਾ ਹੋ ਜਾਂਦਾ ਹੈ। ਸੌਖੇ ਕੰਮ ਕਰਨ ਵਾਲੇ ਨੂੰ ਔਖਾ ਕੰਮ ਦਿਓ, ਉਹਨੂੰ ਸਮਝਣ ਜਾਂ ਕਰਨ ਦਾ ਯਤਨ ਨਹੀਂ ਕਰੇਗਾ, ਬਹਾਨੇ ਲਾਵੇਗਾ, ਮੁਲਤਵੀ ਕਰੇਗਾ ਤੇ ਗੈਰ ਹਾਜ਼ਰ ਹੋ ਜਾਏਗਾ। ਮਾਹਰ ਬਹਾਨੇ ਨਹੀਂ ਲਾਉਂਦੇ, ਉਹ ਥੋੜੇ ਚਿਰ 'ਚ ਵਧੇਰੇ ਕੰਮ ਕਰਕੇ ਖੁਸ਼ਹਾਲ ਹੋ ਜਾਂਦੇ ਹਨ। ਕੰਮ ਹਮੇਸ਼ਾ ਵਧੇਰੇ ਹੁੰਦੇ ਹਨ, ਉਹਨਾਂ ਨੂੰ ਕਰਨ ਲਈ ਸਮਾਂ ਹਰ ਵਾਰੀ ਘੱਟ ਹੁੰਦਾ ਹੈ। ਸਫਲ ਵਿਅਕਤੀ ਮਹੱਤਵਪੂਰਨ ਕੰਮ ਨੂੰ ਮਹੱਤਵ ਦਿੰਦੇ ਹਨ, ਦੂਜੇ ਸੌਖੇ ਕੰਮ ਕਰਦਿਆਂ ਹੀ ਸਮਾਂ ਲਗਾ ਦਿੰਦੇ ਹਨ। ਕਈ ਸੌਖੇ ਕੰਮਾਂ ਨੂੰ ਵੀ ਬੜੇ ਔਖੇ ਬਣਾ ਲੈਂਦੇ ਹਨ। ਤੁਸੀਂ ਆਪ ਮਹੱਤਵਪੂਰਨ ਕੰਮਾਂ ਦੀ ਸੂਚੀ ਬਣਾਓ। ਜਿਹੜੇ ਕੰਮ ਸਭ ਤੋਂ ਵੱਧ ਮਹੱਤਵਪੂਰਨ ਹੋਣਗੇ ਉਹ ਔਖੇ ਹੋਣਗੇ। ਕਿਸੇ ਔਖੇ ਕੋਰਸ 'ਚ ਦਾਖਲਾ ਲਓਗੇ, ਜ਼ਿੰਦਗੀ ਸੌਖੀ ਹੋ ਜਾਏਗੀ। ਸੌਖੇ ਕੋਰਸ ਕਰੋਗੇ, ਬੇਰੁਜ਼ਗਾਰਾਂ ਦੀ ਭੀੜ 'ਚ ਗਵਾਚ ਜਾਓਗੇ। ਜਿਹੜੇ ਪੜ੍ਹਾਈ ਛੱਡ ਦਿੰਦੇ ਹਨ, ਉਹਨਾਂ ਦੀ ਜ਼ਿੰਦਗੀ ਰੁਕੀ ਹੋਈ ਹੁੰਦੀ ਹੈ। ਉਹਨਾਂ ਨੇ ਪੜ੍ਹਾਈ ਦੀ ਔਖ ਹੀ ਵੇਖੀ ਹੁੰਦੀ ਹੈ, ਨਿਕਲਣ ਵਾਲੇ ਚੰਗੇ ਨਤੀਜੇ ਉਹਨਾਂ ਨੂੰ ਦਿਸਦੇ ਹੀ ਨਹੀਂ। ਪੜ੍ਹਾਈ ਅਧੂਰੀ ਛੱਡਣ ਵਾਲੇ ਬਾਕੀ ਜ਼ਿੰਦਗੀ ਵਿੱਚ ਵੀ ਕੋਈ ਕੰਮ ਪੂਰਾ ਨਹੀਂ ਕਰਦੇ। ਕੰਮ ਅਧੂਰਾ ਛੱਡਣ ਵਾਲੇ ਨੌਕਰ ਹੀ ਰਹਿੰਦੇ ਹਨ, ਕੰਮ ਪੂਰਾ ਕਰਨ ਵਾਲੇ ਕੰਪਨੀਆਂ ਤੇ ਕਾਰਖਾਨਿਆਂ ਦੇ ਮਾਲਕ ਬਣ ਜਾਂਦੇ ਹਨ। ਮਾਪੇ, ਪਰਿਵਾਰ ਤੇ ਸਮਾਜ ਸਾਨੂੰ ਮਿਹਨਤ ਕਰਨ ਲਈ ਅਵਸਰ ਹੀ ਦੇ ਸਕਦੇ ਹਨ। ਔਖੇ ਸੌਖੇ ਤੇ ਸਫਲ ਅਸਫਲ ਅਸੀਂ ਆਪ ਹੋਣਾ ਹੁੰਦਾ ਹੈ। ਕੁਝ ਵੀ ਅਜਿਹਾ ਨਹੀਂ ਜਿਹੜਾ ਯਤਨ ਕਰਕੇ ਸਿੱਖਿਆ ਨਹੀਂ ਜਾ ਸਕਦਾ ਜਾਂ ਜਿਹਦਾ ਅਭਿਆਸ ਕਰਨ ਨਾਲ ਮਾਹਰ ਨਹੀਂ ਬਣਿਆ ਜਾ ਸਕਦਾ। ਮੋਢੇ 'ਚ ਸਭ ਕੁਝ ਔਖਾ ਹੁੰਦਾ ਹੈ, ਪਰ ਅਭਿਆਸ ਨਾਲ ਆਪ ਮੁਹਾਰੇ ਤਬਲਾ ਵਜਾਉਣ ਵਾਂਗ ਤੇ ਹੱਥ ਛੱਡ ਕੇ ਸਾਈਕਲ ਚਲਾਉਣ ਵਾਂਗ ਸਭ ਕੁਝ ਸੌਖਾ ਹੋ ਜਾਂਦਾ ਹੈ। ਖੇਤਰ ਕੋਈ ਹੋਵੇ, ਕੁਝ ਕਰਨ ਤੋਂ ਪਹਿਲਾਂ ਵੇਖਣਾ ਪੈਂਦਾ ਹੈ ਕਿ ਕੰਮ ਕੀ ਹੈ, ਸੰਦ ਸਾਧਨ ਕਿਹੜੇ ਹਨ, ਸਮਾਂ ਕਿਤਨਾ ਹੈ ਤੇ ਰੁਕਾਵਟਾਂ ਕੀ ਹਨ। ਸਹੀ ਫੈਸਲਾ ਤਾਂ ਹੀ ਸੰਭਵ ਹੋਏਗਾ ਜੇ ਜ਼ਿੰਮੇਵਾਰੀ ਚੁੱਕੋਗੇ ਤੇ ਜੇ ਸੋਚ ਸਪਸ਼ਟ ਹੋਏਗੀ। ਸਪਸ਼ਟ ਸੋਚ ਔਖੇ ਕਾਰਜ ਕਰਨ ਨਾਲ ਉਪਜਦੀ ਹੈ, ਕਿਉਂਕਿ ਔਖੇ ਕੰਮਾਂ 'ਚ ਗਲਤੀਆਂ ਵਧੇਰੇ ਹੁੰਦੀਆਂ ਹਨ ਜਿਹੜੀਆਂ ਸਬਕ ਬਣ ਜਾਂਦੀਆਂ ਹਨ। ਔਖੇ ਕੰਮਾਂ 'ਚ ਸਿੱਖਣ ਤੇ ਪ੍ਰਯੋਗ ਕਰਨ ਵਾਲਾ ਬਹੁਤ ਕੁਝ ਹੁੰਦਾ ਹੈ। ਸੌਖੇ ਕੰਮਾਂ 'ਚ ਦੁਹਰਾਓ ਹੀ ਹੁੰਦਾ ਹੈ। ਇੱਕ ਹੀ ਕੰਮ ਇੱਕ ਹੀ ਢੰਗ ਨਾਲ ਬਾਰ-ਬਾਰ ਕਰਨ ਨਾਲ ਤਜਰਬਾ ਨਹੀਂ ਵੱਧਦਾ, ਸੋਚ ਖੁੰਡੀ ਹੁੰਦੀ ਹੈ। ਪੜ੍ਹਾਈ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਔਖੇ ਤੇ ਨਵੇਂ ਕੰਮ ਕਰਨ ਦੇ ਯੋਗ ਬਣਾਉਣਾ ਹੁੰਦਾ ਹੈ। ਪੜ੍ਹਾਈ ਸਾਡੇ ਵਿੱਚ ਕਿਸੇ ਸਮੱਸਿਆ ਦੇ ਸਾਰੇ ਪੱਖ ਵਿਚਾਰ ਕੇ ਫੈਸਲਾ ਕਰਨ ਦੀ ਯੋਗਤਾ ਉਪਜਾਉਂਦੀ ਹੈ ਤੇ ਵਿਉਂਤ ਬਣਾਉਣ ਦਾ ਹੁਨਰ ਸਿਖਾਉਂਦੀ ਹੈ, ਜਿਨ੍ਹਾਂ ਕਰਕੇ ਅਸੀਂ ਦੁਚਿੱਤੀਆਂ ਤੇ ਸੰਸਿਆਂ ਤੋਂ ਮੁਕਤ ਹੋ ਕੇ ਇਕਾਗਰ ਮਨ ਤੇ ਸਵੈ ਵਿਸ਼ਵਾਸ ਨਾਲ ਔਖੇ ਕੰਮਾਂ ਨੂੰ ਹੱਥ ਪਾਉਂਦੇ ਹਾਂ ਤੇ ਲਾਭਕਾਰੀ ਨਤੀਜੇ ਸਿਰਜਦੇ ਹਾਂ। ਜਿਨ੍ਹਾਂ ਦਾ ਮਨ ਇਕਾਗਰ ਨਹੀਂ ਹੁੰਦਾ, ਉਹ ਕਦੀ ਇਹ ਕਰਨ ਲੱਗ ਜਾਂਦੇ ਹਨ, ਕਦੀ ਉਹ ਕਰਨ ਲੱਗ ਪੈਂਦੇ ਹਨ ਤੇ ਇਵੇਂ ਆਪਣੀ ਸਾਰੀ ਊਰਜਾ ਤੇ ਸਮਾਂ ਵਿਅਰਥ ਗੁਆ ਦਿੰਦੇ ਹਨ। ਹਰ ਕਿਸੇ ਦਾ ਸਰੀਰ ਓਨੀ ਸ਼ਕਤੀ ਹੀ ਉਪਜਾਉਂਦਾ ਹੈ ਜਿੰਨੀ ਸ਼ਕਤੀ ਹੱਥ ਵਿੱਚ ਲਏ ਕੰਮ ਨੂੰ ਕਰਨ ਲਈ ਵਰਤਣ ਦੀ ਲੋੜ ਪੈਂਦੀ ਹੈ। ਸਪਸ਼ਟ ਸੋਚ ਵਾਲੇ ਵਿਅਕਤੀ ਆਪਣੇ ਫੈਸਲਿਆਂ ਨੂੰ ਲਿਖ ਲੈਂਦੇ ਹਨ। ਲਿਖਤੀ ਫੈਸਲਿਆਂ, ਉਦੇਸ਼ਾਂ ਤੇ ਨਿਸ਼ਾਨਿਆਂ ਦੀ ਤਾਕਤ ਵਧੇਰੇ ਹੁੰਦੀ ਹੈ। ਇਹ ਫੈਸਲੇ ਵਿਉਂਤਾਂ ਦਾ ਆਧਾਰ ਤੇ ਕਾਰਜਾਂ ਲਈ ਪ੍ਰੇਰਨਾ ਬਣਦੇ ਹਨ। ਜੇ ਵਿਉਂਤ ਵਿਗਿਆਨਕ ਹੋਵੇ ਤਾਂ ਸਫਲਤਾ ਹੀ ਮਿਲਦੀ ਹੈ। ਦਿਨਾਂ, ਮਹੀਨਿਆਂ, ਸਾਲਾਂ ਦੇ ਨਿਸ਼ਾਨੇ ਤੇ ਟਾਈਮ ਟੇਬਲ ਮਿੱਥਣ ਨਾਲ ਭਵਿੱਖ ਸਾਡੀ ਪਕੜ 'ਚ ਆ ਜਾਂਦਾ ਹੈ। ਆਪਣੇ ਨਿਸ਼ਾਨੇ ਮਿੱਥਣ ਨਾਲ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਪੱਖੋਂ ਸਪਸ਼ਟ ਹੋ ਜਾਂਦੇ ਹਾਂ। ਵਿਉਂਤਬੰਦੀ ਲਈ ਥੋੜਾ ਜਿਹਾ ਸਮਾਂ ਹੀ ਲੱਗਦਾ ਹੈ, ਪਰ ਇਸ ਨਾਲ ਬਹੁਤ ਵਕਤ, ਖਰਚ ਤੇ ਊਰਜਾ ਬਚਦੀ ਹੈ। ਵਿਉਂਤ ਤੋਂ ਬਿਨਾਂ ਨਾ ਕੰਮ ਆਰੰਭ ਹੁੰਦੇ ਹਨ, ਨਾ ਹੀ ਮੁੱਕਦੇ ਹਨ।
ਵਿਉਂਤ ਅਨੁਸਾਰ ਕੰਮ ਨਿਪਟਣ ਤੇ ਨਿਪਟਾਉਣ ਨਾਲ ਸਾਡੀ ਸਮਰੱਥਾ, ਆਤਮ ਵਿਸ਼ਵਾਸ ਤੇ ਸਵੈ ਕਾਬੂ ਵੱਧ ਜਾਂਦੇ ਹਨ। ਜੀਵਨ ਵਿੱਚ ਲਗਭਗ 20% ਕੰਮ ਹੀ ਮਹੱਤਵਪੂਰਨ ਹੁੰਦੇ ਹਨ, ਪਰ ਇਹ 80% ਨਤੀਜੇ ਸਿਰਜਦੇ ਤੇ ਲਾਭ ਪਹੁੰਚਾਉਂਦੇ ਹਨ। ਕਈ ਵਿਅਕਤੀ ਦਿਨ ਭਰ ਰੁੱਝੇ ਰਹਿੰਦੇ ਹਨ, ਪਰ ਪ੍ਰਾਪਤੀ ਕੋਈ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਕੰਮ ਵਿਉਂਤਿਆ ਨਹੀਂ ਹੁੰਦਾ, ਜਿਸ ਕਾਰਨ ਚੱਪੂਆਂ ਤੋਂ ਬਿਨਾਂ ਬੇੜੀ ਵਾਂਗ ਉਹ ਜਿੱਥੇ ਹੁੰਦੇ ਹਨ ਉੱਥੇ ਹੀ ਘੁੰਮਦੇ ਰਹਿੰਦੇ ਹਨ। ਕਿਸੇ ਕੰਮ ਦਾ ਸਭ ਤੋਂ ਮੁੱਲਵਾਨ ਭਾਗ ਔਖਾ ਹੀ ਹੁੰਦਾ ਹੈ। ਦਿਲ ਜਾਂ ਦਿਮਾਗ ਦਾ ਆਪਰੇਸ਼ਨ ਕਰਨਾ ਬੜਾ ਔਖਾ ਹੁੰਦਾ ਹੈ, ਪਰ ਇਹਦੇ ਸਿੱਟੇ ਤੇ ਮਾਇਕ ਇਨਾਮ ਬੜੇ ਮਹੱਤਵਪੂਰਨ ਹੁੰਦੇ ਹਨ। ਕਈ ਥਾਵਾਂ ਤੇ ਵਿਸ਼ੇਸ਼ ਕਰਕੇ ਪਿੰਡਾਂ ਦੇ ਵਿਦਿਆਰਥੀ ਮਹੱਤਵਪੂਰਨ ਵਿਸ਼ਿਆਂ ਨੂੰ ਪਹਿਲਾਂ ਹੀ ਔਖੇ ਐਲਾਨ ਕੇ ਸੌਖੇ ਵਿਸ਼ੇ ਚੁਣ ਲੈਂਦੇ ਹਨ। ਇਹ ਲੜਨ ਤੋਂ ਪਹਿਲਾਂ ਹੀ ਹਾਰ ਮੰਨਣ ਵਾਲੀ ਗੱਲ ਹੁੰਦੀ ਹੈ। ਡਿਗਰੀ ਮਿਲ ਜਾਂਦੀ ਹੈ, ਪਰ ਸੌਖੇ ਵਿਸ਼ਿਆਂ ਵਾਲੀ ਹੋਣ ਕਰਕੇ ਅਜਿਹੀ ਡਿਗਰੀ ਦਾ ਕੋਈ ਮੁੱਲ ਨਹੀਂ ਪੈਂਦਾ। ਨਿੱਕੇ ਤੇ ਸੌਖੇ ਕੰਮਾਂ ਨੂੰ ਪਹਿਲਾਂ ਕਰਨ ਦਾ ਹਰ ਕਿਸੇ ਨੂੰ ਲਾਲਚ ਹੁੰਦਾ ਹੈ, ਪਰ ਇਵੇਂ ਵੱਡੇ ਤੇ ਔਖੇ ਕੰਮਾਂ ਨੂੰ ਟਾਲਣ ਦੀ ਆਦਤ ਪੈ ਜਾਂਦੀ ਹੈ ਤੇ ਹੌਲੀ-ਹੌਲੀ ਔਖੇ ਕੰਮਾਂ ਤੋਂ ਡਰ ਲੱਗਣ ਲੱਗ ਪੈਂਦਾ ਹੈ। ਸਮੇਂ ਨੇ ਗੁਜ਼ਰ ਹੀ ਜਾਣਾ ਹੁੰਦਾ ਹੈ, ਵੇਲਿਆਂ ਵੀ ਤੇ ਕੰਮ ਕਰਦਿਆਂ ਵੀ। ਸਾਰੇ ਕੰਮਾਂ ਵਾਸਤੇ ਕਿਸੇ ਨੂੰ ਵੀ ਵਕਤ ਨਹੀਂ ਮਿਲਦਾ, ਪਰ ਜੋ ਕੰਮ ਜ਼ਰੂਰੀ ਹੁੰਦਾ ਹੈ ਉਸ ਲਈ ਵਕਤ ਦੀ ਕਦੇ ਘਾਟ ਨਹੀਂ ਆਉਂਦੀ। ਵੇਲਿਆਂ ਕੋਲ ਕੁਝ ਵੀ ਮਹੱਤਵਪੂਰਨ ਕਰਨ ਲਈ ਸਮਾਂ ਹੀ ਨਹੀਂ ਹੁੰਦਾ, ਪਰ ਰੁੱਝਿਆਂ ਕੋਲ ਮਹੱਤਵਪੂਰਨ ਕੰਮਾਂ ਲਈ ਹੀ ਸਮਾਂ ਹੁੰਦਾ ਹੈ। ਉਹ ਜੋ ਕਰਦੇ ਹਨ ਉਹ ਮਹੱਤਵਪੂਰਨ ਹੋ ਜਾਂਦਾ ਹੈ। ਔਖੇ ਕੰਮਾਂ ਦੇ ਨਤੀਜੇ ਹੁੰਦੇ ਸੁਖਾਵੇਂ ਹਨ, ਪਰ ਨਿਕਲਦੇ ਦੇਰ ਨਾਲ ਹਨ, ਜਦੋਂ ਕਿ ਸਧਾਰਨ ਤੇ ਸੌਖੇ ਕੰਮਾਂ ਦੇ ਨਤੀਜੇ ਨਿਕਲਦੇ ਹੀ ਨਹੀਂ। ਕੇਵਲ ਨਿਰਾਸ਼ ਕਰਨ ਵਾਲੇ ਸਿੱਟੇ ਹੀ ਉਪਜਦੇ ਹਨ। ਜਿਨ੍ਹਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ, ਉਹਨਾਂ ਕੋਲ ਕਰਨ ਵਾਲਾ ਢੇਰ ਕੰਮ ਇਕੱਠਾ ਹੋਇਆ ਹੁੰਦਾ ਹੈ। ਜਦੋਂ ਕੰਮ ਦਾ ਬੋਝ ਬਹੁਤ ਹੋਏਗਾ ਤਾਂ ਗਲਤੀਆਂ ਸੁਭਾਵਕ ਹੀ ਵਧੇਰੇ ਹੋਣਗੀਆਂ ਤੇ ਕਈ ਕੰਮ ਦੁਬਾਰਾ ਕਰਨੇ ਪੈਣਗੇ ਤੇ ਬਹੁਤ ਕੰਮ ਅਧੂਰੇ ਰਹਿ ਜਾਣਗੇ। ਇਸੇ ਲਈ ਕਿਹਾ ਜਾਂਦਾ ਹੈ, ਜ਼ਰੂਰੀ ਕੰਮ ਪਹਿਲਾਂ ਕਰੋ, ਗੈਰ ਜ਼ਰੂਰੀ ਕੰਮ ਕਦੇ ਨਾ ਕਰੋ। ਖੇਤਰ ਕੋਈ ਹੋਵੇ, ਅਧੂਰੇ ਕੰਮ ਅਗਲੇਰੇ ਕੰਮਾਂ 'ਚ ਰੁਕਾਵਟ ਪਾਉਂਦੇ ਹਨ। ਨੀਵੀਂ ਕਾਰਗੁਜ਼ਾਰੀ ਤੇ ਅਧੂਰੇ ਕੰਮਾਂ ਨਾਲ ਟਾਲ ਮਟੋਲ ਦੀ ਆਦਤ ਪੈਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਨਿਕੰਮੇ ਕਰਮਚਾਰੀ ਵਧੇਰੇ ਛੁੱਟੀਆਂ ਲੈਂਦੇ ਹਨ ਤੇ ਅਧੂਰੇ ਕੰਮਾਂ ਦੀ ਚਿੰਤਾ ਕਾਰਨ ਉਹ ਵਧੇਰੇ ਬਿਮਾਰ ਪੈਂਦੇ ਹਨ। ਸਫਲ ਵਿਅਕਤੀਆਂ ਦੀ ਸੋਚ ਭਵਿੱਖਮੁਖੀ ਹੁੰਦੀ ਹੈ। ਉਹ ਸਵੇਰੇ ਉੱਠਦੇ ਹਨ, ਉਹ ਹੋਰਾਂ ਦੇ ਜਾਗਣ ਤੋਂ ਪਹਿਲਾਂ 2 ਘੰਟੇ 'ਚ ਇੰਨਾ ਕੰਮ ਕਰ ਲੈਂਦੇ ਹਨ ਜਿਹੜਾ ਦਿਨ ਦੌਰਾਨ 6 ਘੰਟਿਆਂ 'ਚ ਵੀ ਕਰਨਾ ਸੰਭਵ ਨਹੀਂ ਹੁੰਦਾ। ਹਰ ਕਿਸੇ ਦੇ ਜੀਵਨ 'ਚ 3 ਪੱਖ ਮਹੱਤਵਪੂਰਨ ਹੁੰਦੇ ਹਨ। ਜੀਵਨ ਦੀਆਂ ਸੁੱਖ ਸਹੂਲਤਾਂ ਲਈ ਆਰਥਿਕ ਸਾਧਨ ਜੁਟਾਉਣੇ, ਪਰਿਵਾਰਕ ਜੀਵਨ ਨੂੰ ਸੁਖਾਲਾ ਬਣਾਉਣਾ ਤੇ ਸਿਹਤ ਪੱਖੋਂ ਤੰਦਰੁਸਤ ਰਹਿਣਾ। ਕੰਮ ਵਾਲੀ ਥਾਂ ਤੇ ਆਰਥਿਕ ਸਾਧਨ ਜੁਟਾਉਣ ਲਈ ਅਸੀਂ ਆਪਣੇ ਸਮੇਂ ਦਾ ਵੱਧ ਤੋਂ ਵੱਧ ਮੁੱਲ ਪਾਉਂਦੇ ਹਾਂ। ਪਰਿਵਾਰ ਨਾਲ ਗੁਜ਼ਾਰੇ ਵਕਤ ਨਾਲ ਸਾਡੇ 'ਚ ਪਰਿਵਾਰ ਲਈ ਸੁੱਖ ਸਾਧਨ ਪੁਜਾਉਣ ਲਈ ਉਤਸ਼ਾਹ ਜਾਗਦਾ ਹੈ, ਜਿਸ ਨਾਲ ਕੰਮ ਕਰਨ ਦੀ ਸਾਡੀ ਸ਼ਕਤੀ ਵੱਧਦੀ ਹੈ। ਛੁੱਟੀਆਂ ਇਸੇ ਉਦੇਸ਼ ਅਧੀਨ ਹੁੰਦੀਆਂ ਹਨ ਕਿ ਇਹ ਸਮਾਂ ਪਰਿਵਾਰ ਨਾਲ ਬਿਤਾਇਆ ਜਾਵੇ। ਮਨੋਰੰਜਨ ਤੇ ਹੱਸਣਾ ਖੇਡਣਾ ਜ਼ਰੂਰੀ ਹੁੰਦਾ ਹੈ। ਜਸ਼ਨ ਮਨਾਉਣਾ ਚਾਹੀਦਾ ਹੈ, ਪਰ ਕੰਮ ਮੁਕਾਉਣ ਮਗਰੋਂ ਤੇ ਕੁਝ ਪ੍ਰਾਪਤ ਕਰਨ ਉਪਰੰਤ। ਸਫਲ ਵਿਅਕਤੀ ਕੰਮ ਤੇ ਪਰਿਵਾਰ 'ਚ ਸੰਤੁਲਨ ਉਸਾਰਦੇ ਹਨ। ਚੰਗੀ ਸਿਹਤ ਨਾਲ ਆਪਣੀ ਕਾਰਗੁਜ਼ਾਰੀ ਸੁਧਾਰਨ ਦੀ ਪ੍ਰੇਰਨਾ ਮਿਲਦੀ ਹੈ। ਕੰਮ ਵਾਲੀ ਥਾਂ ਸੁਖਾਵੀਂ ਹੋਣੀ ਚਾਹੀਦੀ ਹੈ ਤਾਂ ਕਿ ਕੰਮ ਕਰਨਾ ਚੰਗਾ ਲੱਗੇ। ਘਰ ਵਿੱਚ ਸੁੱਖ ਤੇ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਤੇ ਘਰ ਅਜਿਹਾ ਹੋਣਾ ਚਾਹੀਦਾ ਹੈ ਕਿ ਬਾਹਰੋਂ ਮੁੜਨ ਤੇ ਘਰ ਅੰਦਰ ਰਹਿਣਾ ਚੰਗਾ ਲੱਗੇ ਤੇ ਪੌਸ਼ਟਿਕ ਖੁਰਾਕ ਨਾਲ ਸਿਹਤ ਠੀਕ ਰਹੇ। ਜਿਸ ਕੰਮ 'ਚ ਕਿਸੇ ਦੀ ਕਾਰਗੁਜ਼ਾਰੀ ਚੰਗੀ ਹੁੰਦੀ ਹੈ ਤੇ ਆਮਦਨ ਵਾਜਬ ਹੁੰਦੀ ਹੈ, ਉਹਨੂੰ ਕਰਨ ਲਈ ਕਹਿਣਾ ਨਹੀਂ ਪੈਂਦਾ। ਅਜਿਹੇ ਵਿਅਕਤੀ ਨਿਗਰਾਨੀ ਤੋਂ ਬਿਨਾਂ ਕੰਮ ਕਰਦੇ ਹਨ ਤੇ ਪ੍ਰਯੋਗ ਕਰਨ ਦੀ ਮੌਜ ਮਾਣਦੇ ਹਨ। ਨਿਕੰਮਿਆਂ ਦੀ ਟਾਲ ਮਟੋਲ ਆਤਮ ਵਿਸ਼ਵਾਸ ਦੀ ਘਾਟ ਵਿੱਚੋਂ ਉਪਜਦੀ ਹੈ। ਗਿਆਨ ਤੇ ਯੋਗਤਾਵਾਂ, ਵਿਧੀਆਂ ਤੇ ਤਕਨੀਕਾਂ ਵੀ ਚੀਜ਼ਾਂ ਵਸਤਾਂ ਵਾਂਗ ਬਹੀਆਂ ਤੇ ਪੁਰਾਣੀਆਂ ਹੋ ਜਾਂਦੀਆਂ ਹਨ। ਇਹਨਾਂ ਨੂੰ ਨਵਿਆਉਣ ਤੇ ਸਮੇਂ ਦੀ ਹਾਣੀ ਬਣਾਉਣ ਲਈ ਨਿਰੰਤਰ ਯਤਨ ਕਰਨਾ ਪੈਂਦਾ ਹੈ। ਜਿਹੜਾ ਆਪਣੇ ਖੇਤਰ 'ਚ ਪਹਿਲੇ ਨਾਲੋਂ ਚੰਗੇਰਾ ਬਣਨਾ ਬੰਦ ਕਰ ਦਿੰਦਾ ਹੈ, ਉਹ ਮਾੜਾ ਬਣਨ ਲੱਗ ਪੈਂਦਾ ਹੈ। ਜਿਹੜਾ ਹੋਰਾਂ ਤੋਂ ਅੱਗੇ ਰਹਿਣਾ ਬੰਦ ਕਰ ਦਿੰਦਾ ਹੈ, ਉਹ ਪਛੜਨ ਲੱਗ ਪੈਂਦਾ ਹੈ। ਕੰਮ ਵਾਲੀ ਥਾਂ ਤੇ ਚੁਗਲੀਆਂ ਕਰਨ ਤੇ ਗੱਪਾਂ ਮਾਰਨ ਤੇ ਹੋਰਾਂ ਦੀਆਂ ਲੱਤਾਂ ਖਿੱਚਣ ਵਿੱਚ ਲਾਇਆ ਸਮਾਂ ਕੰਮਾਂ ਵਿੱਚੋਂ ਚੋਰੀ ਕੀਤਾ ਗਿਆ ਹੁੰਦਾ ਹੈ।
ਅਜਿਹੇ ਵਿਅਕਤੀ ਤੋਂ ਜ਼ਿੰਦਗੀ 'ਚ ਗੋਲ ਕਰਨ ਵਾਲੀਆਂ ਕਿੱਕਾਂ ਨਹੀਂ ਵੱਜਦੀਆਂ। ਇਹ ਦੌੜਦੇ ਬਹੁਤ ਹਨ ਪਰ ਪਹੁੰਚਦੇ ਕਿਧਰੇ ਨਹੀਂ। ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਬਦਲਣ ਤੇ ਮਹੱਤਵ ਪ੍ਰਦਾਨ ਕਰਨ ਵਾਲੇ ਕੰਮ ਝਟਪਟ ਹੋਣ ਵਾਲੇ ਨਹੀਂ ਹੁੰਦੇ। ਇਹ ਸੌਖੇ ਬਿਲਕੁਲ ਨਹੀਂ ਹੁੰਦੇ। ਸਫਲ ਵਿਅਕਤੀ ਇਹਨਾਂ ਕੰਮਾਂ ਨੂੰ ਆਰੰਭ ਵਿੱਚ ਕਰਦੇ ਹਨ ਤੇ ਕਰਨਾ ਜਾਰੀ ਰੱਖਦੇ ਹਨ, ਜਦਕਿ ਅਸਫਲ ਵਿਅਕਤੀ ਸ਼ੁਰੂ ਹੀ ਨਹੀਂ ਕਰਦੇ ਜਾਂ ਉਹ ਇਹਨਾਂ ਕੰਮਾਂ ਨੂੰ ਉਦੋਂ ਕਰਦੇ ਹਨ ਜਦੋਂ ਬਾਕੀਆਂ ਨੇ ਕਰ ਲਏ ਹੁੰਦੇ ਹਨ। ਹਾਰਿਆਂ ਤੇ ਪਛੜਿਆਂ ਨੂੰ ਕੋਈ ਨਹੀਂ ਸੁਣਦਾ। ਇਹੀ ਕਾਰਨ ਹੈ ਕਿ ਸੌਖੇ ਕੰਮ ਕਰਨ ਵਾਲਿਆਂ ਦਾ ਕੋਈ ਨਾਂ ਥਾਂ ਨਹੀਂ ਹੁੰਦਾ। ਜੇ ਕਿਸੇ ਪ੍ਰਸਿੱਧ ਡਾਕਟਰ ਦਾ ਪੁੱਤਰ ਡਾਕਟਰ ਬਣਦਾ ਹੈ ਤਾਂ ਅਜਿਹਾ ਪੁੱਤਰ ਪ੍ਰਸਿੱਧ ਡਾਕਟਰ ਨਹੀਂ ਬਣੇਗਾ, ਕਿਉਂਕਿ ਉਹਨੇ ਆਪਣਾ ਸੁੱਖ ਘੇਰਾ ਨਹੀਂ ਤਿਆਗਿਆ। ਹਰ ਕਦਮ ਤੇ ਮਦਦ ਲਈ ਪਿਤਾ ਹਾਜ਼ਰ ਹੋਣ ਕਰਕੇ ਉਹਨੇ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦੀ ਔਖ ਨਹੀਂ ਹੰਢਾਈ। ਪੈਸੇ ਕਮਾਉਣ ਲਈ ਇਹ ਰਾਹ ਠੀਕ ਹੈ, ਪਰ ਨਾਂ ਥਾਂ ਕਮਾਉਣ ਲਈ ਪੁੱਤਰ ਨੂੰ ਵੱਖਰਾ ਖੇਤਰ ਚੁਣਨਾ ਪਏਗਾ। ਨਾਂ ਤਾਂ ਹੀ ਬਣੇਗਾ ਜੇ ਲੋੜ ਨਾਲੋਂ ਵਧੇਕ ਯੋਗਤਾ ਪ੍ਰਾਪਤ ਕੀਤੀ ਹੋਵੇ ਤੇ ਲੋੜ ਨਾਲੋਂ ਵੱਧ ਕੰਮ ਕੀਤਾ ਹੋਵੇ ਤੇ ਕੰਮ ਕਰਨ ਦੇ ਨਵੇਂ ਢੰਗ ਲੱਭੇ ਹੋਣ। ਔਖਾ ਕੰਮ ਚੰਗਾ ਹੁੰਦਾ ਹੈ ਤੇ ਚੰਗੀ ਚੀਜ਼ ਵਾਂਗ ਔਖੇ ਕੰਮ ਦੀ ਲਾਗਤ ਵਧੇਰੇ ਹੋਏਗੀ, ਪਰ ਨਤੀਜੇ ਸਾਰੀ ਥਕਾਵਟ ਲਾ ਦੇਣਗੇ। ਅਸੀਂ ਉਹਨਾਂ ਅਧਿਆਪਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਿਲੇਬਸ ਤੋਂ ਬਹੁਤ ਕੁਝ ਵੱਖਰਾ ਤੇ ਬਾਹਰਲਾ ਦੱਸਿਆ ਹੋਵੇ ਤੇ ਸਾਡਾ ਆਪਣੇ ਆਪ ਵਿੱਚ ਵਿਸ਼ਵਾਸ ਤੇ ਜੀਵਨ 'ਚ ਸਫਲ ਹੋਣ ਦਾ ਉਤਸ਼ਾਹ ਉਪਜਾਇਆ ਹੋਵੇ। ਸਫਲ ਫਿਲਮੀ ਅਦਾਕਾਰ ਵੱਡੇ, ਪ੍ਰਸਿੱਧ ਤੇ ਯਾਦਗਾਰੀ ਅਦਾਕਾਰਾਂ ਦੀਆਂ ਫਿਲਮਾਂ ਵੇਖਦੇ ਹਨ ਤੇ ਅਦਾਕਾਰੀ ਦੀਆਂ ਨਵੀਆਂ ਜੁਗਤਾਂ ਲੱਭਦੇ ਹਨ। ਜਿਹੜੇ ਬਾਰ-ਬਾਰ ਆਪਣੀਆਂ ਫਿਲਮਾਂ ਹੀ ਵੇਖਦੇ ਹਨ ਉਹ ਵੱਡੇ ਅਦਾਕਾਰ ਨਹੀਂ ਬਣਦੇ ਤੇ ਉਹਨਾਂ ਨੂੰ ਵੱਡੀਆਂ ਫਿਲਮਾਂ 'ਚ ਅਵਸਰ ਨਹੀਂ ਮਿਲਦੇ। ਨਿਰਧਾਰਤ ਕੰਮ ਉਪਜੀਵਕਾ ਲਈ ਹੁੰਦਾ ਹੈ, ਵਾਧੂ ਕੰਮ ਮਾਹਿਰ ਤੇ ਪਤਵੰਤੇ ਬਣਨ ਲਈ ਕੀਤਾ ਜਾਂਦਾ ਹੈ। ਕਿਸੇ ਪਰਿਵਾਰ ਦੀ ਜੀਵਨ ਪ੍ਰਣਾਲੀ 'ਚ ਬੁਨਿਆਦੀ ਤਬਦੀਲੀ ਲਿਆਉਣ ਤੇ ਕਿਸੇ ਖੇਤਰ 'ਚ ਸਿਖਰ ਤੇ ਪਹੁੰਚਣ ਵਿੱਚ ਲਗਭਗ 4 ਦਹਾਕੇ ਲੱਗਦੇ ਹਨ। ਇੱਕ ਵਿਅਕਤੀ ਆਪਣੀ ਸੰਖੇਪ ਜੀਵਨੀ ਸੁਣਾਉਂਦਿਆਂ ਕਹਿ ਰਿਹਾ ਸੀ, ਮੈਨੂੰ ਅਰਬਪਤੀ ਬਣਨ 'ਚ 40 ਸਾਲ ਮਿਹਨਤ ਕਰਨੀ ਪਈ ਹੈ, ਪਰ ਦੂਜਾ ਅਰਬ ਕਮਾਉਣ 'ਚ ਕੇਵਲ 10 ਸਾਲ ਹੋਰ ਲੱਗੇ ਹਨ। ਮਾਹਰ ਵਿਅਕਤੀਆਂ ਤੇ ਵਿਸ਼ੇਸ਼ ਕਰਕੇ ਅਧਿਆਪਕਾਂ ਵਿੱਚ ਔਖੇ ਕੰਮਾਂ ਨੂੰ ਸੌਖੇ ਤੇ ਮੁਸ਼ਕਲ ਪ੍ਰਸ਼ਨਾਂ ਨੂੰ ਆਸਾਨ ਬਣਾਉਣ ਦਾ ਹੁਨਰ ਹੁੰਦਾ ਹੈ। ਸਕੂਲ ਦੇ ਅੰਤਲੇ ਵਰ੍ਹੇ ਦਾ ਇੱਕ ਵਿਦਿਆਰਥੀ ਜੂਨੀਅਰ ਪੱਧਰ ਦੇ ਸ਼ਤਰੰਜ ਦਾ ਰਾਸ਼ਟਰੀ ਚੈਂਪੀਅਨ ਸੀ, ਪਰ ਗਿਣਤ ਵਿੱਚ 2 ਵਾਰ ਫੇਲ ਹੋਣ ਕਾਰਨ ਉਹਦਾ ਵਿਕਾਸ ਰੁਕਿਆ ਹੋਇਆ ਸੀ। ਕਿਸੇ ਦੇ ਦੱਸਣ ਤੇ ਉਹ ਗਣਿਤ ਦੇ ਇੱਕ ਪ੍ਰਸਿੱਧ ਪ੍ਰੋਫੈਸਰ ਨੂੰ ਆਪਣੀ ਸਮੱਸਿਆ ਦੱਸਣ ਗਿਆ। ਸਕੂਲ ਦਾ ਵਿਦਿਆਰਥੀ ਹੋਣ ਕਾਰਨ ਪ੍ਰੋਫੈਸਰ ਨੇ ਪਹਿਲਾਂ ਤਾਂ ਉਸ ਨਾਲ ਗੱਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਉਹ ਪ੍ਰੋਫੈਸਰ ਆਪ ਯੂਨੀਵਰਸਿਟੀ ਦੇ ਸ਼ਤਰੰਜ ਕਲੱਬ ਦਾ ਪ੍ਰਧਾਨ ਸੀ। ਉਹਨੂੰ ਜਾਣ ਕੇ ਹੈਰਾਨੀ ਹੋਈ ਕਿ ਸ਼ਤਰੰਜ ਦਾ ਮਾਹਰ ਵਿਦਿਆਰਥੀ ਗਣਿਤ 'ਚ ਫੇਲ ਕਿਉਂ ਹੁੰਦਾ ਹੈ। ਪ੍ਰੋਫੈਸਰ ਨੇ ਉਸ ਵਿਦਿਆਰਥੀ ਨਾਲ ਸ਼ਾਮ ਨੂੰ ਆਪਣੇ ਘਰ ਸ਼ਤਰੰਜ ਦੀ ਇੱਕ ਬਾਜੀ ਲਾਈ, ਜਿਹੜੀ ਵਿਦਿਆਰਥੀ ਨੇ ਜਿੱਤ ਲਈ। ਦੂਜੀ ਬਾਜੀ 'ਚ ਵੀ ਵਿਦਿਆਰਥੀ ਨੇ ਪ੍ਰੋਫੈਸਰ ਨੂੰ ਮਾਤ ਦੇ ਦਿੱਤੀ। ਪ੍ਰੋਫੈਸਰ ਨੇ ਵਿਦਿਆਰਥੀ ਨੂੰ ਗਣਿਤ ਦੀ ਪੁਸਤਕ ਤੇ ਉਸ ਵਿੱਚੋਂ ਕੁਝ ਪ੍ਰਸ਼ਨ ਹੱਲ ਕਰਕੇ ਲਿਆਉਣ ਲਈ ਅਗਲੇ ਦਿਨ ਬੁਲਾਇਆ। ਸਿਲੇਬਸ ਤੇ ਵਿਦਿਆਰਥੀ ਦੀ ਕਾਰਗੁਜ਼ਾਰੀ ਵੇਖ ਕੇ ਪ੍ਰੋਫੈਸਰ ਸਮਝ ਗਿਆ ਕਿ ਸਿਲੇਬਸ ਵਿਚਲੇ 10 ਭਾਗਾਂ ਵਿੱਚੋਂ 4 ਭਾਗ ਉਹਦੀ ਰੁਕਾਵਟ ਬਣੇ ਹੋਏ ਸਨ। ਪ੍ਰੋਫੈਸਰ ਨੇ ਪ੍ਰੀਖਿਆ 'ਚ ਰਹਿੰਦੇ ਕੇਵਲ 3 ਮਹੀਨਿਆਂ ਨੂੰ ਧਿਆਨ 'ਚ ਰੱਖ ਕੇ ਬਾਕੀ 6 ਭਾਗਾਂ ਵਿਚਲੇ ਹਰੇਕ ਪ੍ਰਸ਼ਨ ਨੂੰ ਉਸ ਵਿਦਿਆਰਥੀ ਤੋਂ 20 ਤੋਂ ਵੱਧ ਵਾਰੀ ਹੱਲ ਕਰਵਾਇਆ ਤੇ ਪ੍ਰੀਖਿਆ ਵਿੱਚ 60 ਨੰਬਰਾਂ ਦੇ ਕੀਤੇ ਪੇਪਰ ਵਿੱਚੋਂ ਉਸ ਵਿਦਿਆਰਥੀ ਦੇ 59 ਨੰਬਰ ਆਏ ਤੇ ਇਵੇਂ ਉਸ ਚੈਂਪੀਅਨ ਦਾ ਗੁਆਚਿਆ ਸਵੈਮਾਨ ਮੁੜ ਆਇਆ। ਸਫਲ ਵਿਅਕਤੀਆਂ ਨੂੰ ਕੰਮ ਕਰਦਿਆਂ ਵੇਖਣ ਤੇ ਉਹਨਾਂ ਦੀ ਕਾਰਜਵਿਧੀ ਅਪਣਾਉਣ ਨਾਲ ਸਾਡੀ ਆਪਣੀ ਕਾਰਗੁਜ਼ਾਰੀ ਸੁਧਰਦੀ ਹੈ। ਕਿਸੇ ਨੇ ਵੱਡੇ ਸੰਗੀਤਕਾਰ ਦੀ ਸਫਲਤਾ ਦਾ ਜਦੋਂ ਭੇਤ ਪੁੱਛਿਆ ਤਾਂ ਉਹਨੇ ਕਿਹਾ, ਅਭਿਆਸ, ਹਰ ਰੋਜ਼ ਅਭਿਆਸ, ਉਸਤਾਦ ਦੀ ਹਾਜ਼ਰੀ ਵਿੱਚ ਅਭਿਆਸ, ਸਵੇਰੇ ਉੱਠ ਕੇ ਅਭਿਆਸ। ਮੁੱਕੇਬਾਜ਼ੀ ਦੇ ਵਿਸ਼ਵ ਚੈਂਪੀਅਨ ਮੁਹੰਮਦ ਅਲੀ ਨੂੰ ਮੁੱਕੇਬਾਜ਼ੀ ਦਾ ਅਭਿਆਸ ਕਰਨਾ ਚੰਗਾ ਨਹੀਂ ਸੀ ਲੱਗਦਾ। ਉਹਦੀ ਮਾਂ ਕਿਹਾ ਕਰਦੀ ਸੀ, ਜੇ ਸਾਰੀ ਜ਼ਿੰਦਗੀ ਚੈਂਪੀਅਨ ਅਖਵਾਉਣ ਦਾ ਆਨੰਦ ਮਾਣਨਾ ਹੈ ਤਾਂ ਅਭਿਆਸ ਦੀ ਔਖ ਬਰਦਾਸ਼ਤ ਕਰ। ਖਿੜੇ ਮੱਥੇ ਔਖ ਬਰਦਾਸ਼ਤ ਕੀਤੀ ਤੇ ਵਿਸ਼ਵ ਚੈਂਪੀਅਨ ਬਣਿਆ। ਸੋਚੋ, ਤੁਸੀਂ ਜਿੱਥੇ ਹੋ ਉੱਥੇ ਕਿਵੇਂ ਪਹੁੰਚੇ ਹੋ? ਜਿਹੜੇ ਉਚੇਰੀਆਂ ਪਦਵੀਆਂ ਤੇ ਹਨ ਉੱਥੇ ਕਿਵੇਂ ਪਹੁੰਚੇ ਹਨ? ਕਿਹੜੀ ਗੱਲ ਉਤਸ਼ਾਹ ਦਿੰਦੀ ਹੈ? ਕਿਹੜੀ ਰਸਤਾ ਰੋਕਦੀ ਹੈ? ਤੁਹਾਡੀਆਂ ਅੰਦਰਲੀਆਂ ਸ਼ਕਤੀਆਂ ਕੀ ਹਨ? ਤੁਹਾਡੀਆਂ ਬਾਹਰਲੀਆਂ ਰੁਕਾਵਟਾਂ ਕੀ ਹਨ? ਰੁਕਾਵਟਾਂ ਬਾਰੇ ਧੀਰਜ ਨਾਲ ਸੋਚੋ, ਹੋਰਾਂ ਨਾਲ ਸਲਾਹ ਕਰੋ, ਹੱਲ ਨਿਕਲ ਆਏਗਾ।
ਇੱਕ ਵਾਰੀ ਇੱਕ ਤੰਗ ਪਹਾੜੀ ਰਸਤੇ ਤੇ ਇੱਕ ਕਾਰ ਪੈਂਚਰ ਹੋ ਗਈ। ਮਾਲਕ ਨੇ ਕਾਰ ਇੱਕ ਪਾਸੇ ਖੜੀ ਕਰਕੇ ਪਹੀਆ ਖੋਲਿਆ। ਡਿੱਕੀ ਵਿੱਚੋਂ ਜਦੋਂ ਦੂਜਾ ਪਹੀਆ ਕੱਢਿਆ ਤਾਂ ਉਛਲ ਕੇ ਉਹਦੇ ਹੱਥਾਂ ਚੋਂ ਨਿਕਲ ਗਿਆ। ਪਹੀਆ ਤਾਂ ਉਹਨੇ ਝਪਟ ਕੇ ਫੜ ਲਿਆ, ਪਰ ਖੋਲ ਕੇ ਰੱਖੇ ਨਟ ਬੋਲਟ ਥੱਲੇ ਰੁੜ ਗਏ। ਮਾਲਕ ਪਰੇਸ਼ਾਨ ਸੀ, ਨੇੜਿਓਂ ਕੋਈ ਮਦਦ ਸੰਭਵ ਨਹੀਂ ਸੀ। ਉੱਥੋਂ ਲੰਘਦੇ ਇੱਕ ਇੰਜੀਨੀਅਰ ਨੇ ਉਹਦੀ ਨਟ ਬੋਲਟ ਰੁੜ ਜਾਣ ਦੀ ਸਮੱਸਿਆ ਸੁਣੀ ਤਾਂ ਕਿਹਾ, ਕਾਰ ਨੂੰ ਲੱਗੇ ਹੋਏ 3 ਪਹੀਆਂ ਦਾ ਇੱਕ ਇੱਕ ਨਟ ਬੋਲਟ ਖੋਲ ਕੇ ਚੌਥੇ ਪਹੀਏ ਨੂੰ ਲਾ ਲਓ, ਕਾਰ ਚੱਲ ਪਏਗੀ। ਮਾਰੂਥਲਾਂ 'ਚ ਦਿਸ਼ਾਵਾਂ ਨਹੀਂ ਹੁੰਦੀਆਂ। ਲਗਭਗ 50 ਸਾਲ ਪਹਿਲਾਂ ਤੱਕ ਸਹਾਰਾ ਮਾਰੂਥਲ ਵਿੱਚ ਹਰ ਸਾਲ 2000 ਯਾਤਰੀ ਰਸਤਾ ਗੁਆਚਣ ਨਾਲ ਮਰ ਜਾਂਦੇ ਸਨ। ਇੱਕ ਤੇਲ ਕੰਪਨੀ ਦੇ ਕਰਮਚਾਰੀ ਨੇ ਹਰ ਇੱਕ ਮੀਲ ਦੇ ਫਾਸਲੇ ਤੇ ਤੇਲ ਦੇ ਵੱਡੇ ਖਾਲੀ ਡਰਮ ਰੱਖਣ ਦਾ ਸੁਝਾਅ ਦਿੱਤਾ। ਮੁਸਾਫਰਾਂ ਨੇ 2 ਡਰਮ ਹੀ ਵੇਖਣੇ ਹੁੰਦੇ ਸੀ, ਪਿਛਲਾ ਤੇ ਅਗਲਾ। ਗੁਆਚਣ ਤੋਂ ਬਚਣ ਵਾਸਤੇ ਇੰਨਾ ਕੁ ਸੰਕੇਤ ਕਾਫੀ ਸੀ। ਇਵੇਂ ਇੱਕ ਵੱਡੀ ਸਮੱਸਿਆ ਸੌਖਿਆ ਹੀ ਹੱਲ ਹੋ ਗਈ ਸੀ। ਸੋਚਣ ਦੀ ਲੋੜ ਹੈ, ਕੁਝ ਲੋਕਾਂ ਦੀ ਜ਼ਿੰਦਗੀ ਕਿਉਂ ਸੌਖੀ ਹੁੰਦੀ ਹੈ ਤੇ ਕੁਝ ਲੋਕਾਂ ਦਾ ਜੀਵਨ ਕਿਉਂ ਔਖਾ ਹੁੰਦਾ ਹੈ। ਜਿੰਨਾ ਵਧੇਰੇ ਸਿੱਖੋਗੇ ਉਨੇ ਵਧੇਰੇ ਵੱਧ ਮਾਹਰ ਹੋਵੋਗੇ, ਉਨਾ ਆਤਮ ਵਿਸ਼ਵਾਸ ਵਧੇਰੇ ਹੋਏਗਾ। ਜਿੰਨੀ ਆਮਦਨ ਵਧੇਗੀ ਉਨਾ ਜੀਵਨ ਸੌਖਾ ਹੋਏਗਾ। ਜੇ ਕਿਸੇ ਕੰਮ ਨੂੰ ਸਹੀ ਢੰਗ ਨਾਲ ਕੀਤਾ ਜਾਏ ਤਾਂ ਥਕਾਵਟ ਨਹੀਂ ਹੁੰਦੀ। ਜੇ ਕੰਮ ਨਿਸ਼ਾਨਾ ਮਿੱਥ ਕੇ ਕੀਤਾ ਜਾਏ ਤਾਂ ਸਫਲਤਾ ਹੀ ਮਿਲਦੀ ਹੈ। ਸਪਸ਼ਟ ਹੈ, ਹਰ ਖੇਤਰ ਵਿੱਚ ਮੁਕਾਬਲਾ ਸਖਤ ਹੈ। ਸਾਹ ਦੌੜਨ ਦੀ ਲੋੜ ਨਹੀਂ, ਪਰ ਰੁਕਣਾ ਮਨਾ ਹੈ। ਇੱਕ ਪਰਿਵਾਰ ਦਾ ਅਖੀਰਲਾ ਬੱਚਾ ਬੜਾ ਕਮਜ਼ੋਰ ਸੀ। ਉਹਨੇ ਨਿੱਜੀ ਅਨੁਭਵ ਤੋਂ ਜਾਣ ਲਿਆ ਕਿ ਦੌੜਨ ਨਾਲ ਕਮਜ਼ੋਰੀ ਦੂਰ ਹੁੰਦੀ ਹੈ। ਉਹ ਦੌੜਨ ਲਾਉਂਦਾ ਸੀ, ਪਰ ਹਰ ਦੌੜ 'ਚੋਂ ਅਖੀਰਲਾ ਦੌੜਾਕ ਹੁੰਦਾ ਸੀ। ਸਾਰੇ ਉਹਦਾ ਮਖੌਲ ਉਡਾਉਂਦੇ ਸਨ ਤੇ ਦੌੜਨ ਤੋਂ ਰੋਕਦੇ ਸਨ। ਉਹ ਉਤਸ਼ਾਹ ਨਾਲ ਕਿਹਾ ਕਰਦਾ ਸੀ, ਇੱਕ ਵਾਰੀ ਅੱਵਲ ਆਉਣਾ ਹੈ, ਅੱਵਲ ਆ ਕੇ ਤੁਹਾਡੇ ਚਾਹੇ ਅਨੁਸਾਰ ਦੌੜਨਾ ਬੰਦ ਕਰ ਦੇਵਾਂਗਾ। ਯਤਨ ਕਰਦਾ ਕਰਦਾ ਉਹ ਇੱਕ ਦੌੜ 'ਚ ਅੱਵਲ ਆ ਗਿਆ। ਇਸ ਉਪਰੰਤ ਉਹ ਹਰ ਵਾਰੀ ਅੱਵਲ ਆਉਣ ਲੱਗ ਪਿਆ। ਧੀਰਜ ਨਾਲ ਸੋਚਣ ਨਾਲ ਸਮੱਸਿਆਵਾਂ ਹੱਲ ਕਰਨ ਦੇ ਢੰਗ ਸੁਝਦੇ ਹਨ। ਕੁਝ ਸਾਲ ਪਹਿਲਾਂ ਵਿਸ਼ਵ ਫੁੱਟਬਾਲ ਕੱਪ ਦੇ ਮੁਕਾਬਲਿਆਂ ਵਿੱਚ ਅਕਸਰ ਦੋਵੇਂ ਟੀਮਾਂ ਦੀ ਭਾਸ਼ਾ ਤੇ ਰੈਫਰੀਆਂ ਦੀ ਭਾਸ਼ਾ ਵੱਖਰੀ ਵੱਖਰੀ ਹੁੰਦੀ ਸੀ ਤੇ ਇੱਕ ਦੂਜੇ ਦੀ ਭਾਸ਼ਾ ਸਮਝ ਨਾ ਆਉਣ ਕਾਰਨ ਮੈਚਾਂ 'ਚ ਵਿਘਨ ਪੈਂਦਾ ਸੀ ਤੇ ਰੈਫਰੀ ਵੱਲੋਂ ਕਿਸੇ ਖਿਡਾਰੀ ਨੂੰ ਵਾਰਨਿੰਗ ਦੇਣ ਤੇ ਖੇਡ 'ਚੋਂ ਬਾਹਰ ਕੱਢਣ ਦੇ ਫੈਸਲਿਆਂ ਨੂੰ ਸਮਝਣ 'ਚ ਅਸਮਰਥ ਹੋਣ ਕਾਰਨ ਝਗੜਾ ਹੋ ਜਾਂਦਾ ਸੀ। ਇਸ ਸਮੱਸਿਆ ਦਾ ਕੋਈ ਸੰਤੋਖਜਨਕ ਹੱਲ ਨਹੀਂ ਲੱਭ ਰਿਹਾ ਸੀ। ਇੱਕ ਵਾਰੀ ਇੱਕ ਰੈਫਰੀ ਟ੍ਰੈਫਿਕ ਦੀ ਲਾਲ ਬੱਤੀ ਤੇ ਰੁਕਿਆ ਹੋਇਆ ਸੀ। ਉਹਨੂੰ ਖਿਆਲ ਆਇਆ ਕਿ ਟ੍ਰੈਫਿਕ ਦੀਆਂ ਪੀਲੀ ਤੇ ਲਾਲ ਬੱਤੀਆਂ ਦੇ ਰੰਗਾਂ ਵਾਲੇ ਕਾਰਡਾਂ ਨਾਲ ਫੁੱਟਬਾਲ ਦੇ ਮੈਚਾਂ ਵਿੱਚ ਰੈਫਰੀ ਦੇ ਫੈਸਲਿਆਂ ਸੰਬੰਧੀ ਭੁਲੇਖੇ ਪੈਣ ਦੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਇਵੇਂ ਖੇਡਣ 'ਚ ਗਲਤੀ ਕਰਨ ਵਾਲਿਆਂ ਨੂੰ ਦਿਖਾਏ ਜਾਣ ਵਾਲੇ ਕਾਰਡ ਲਈ ਪੀਲਾ ਤੇ ਲਾਲ ਰੰਗ ਅਪਣਾਉਣ ਨਾਲ ਇਹ ਸਮੱਸਿਆ ਹੱਲ ਹੋ ਗਈ। ਔਖੇ ਕੰਮਾਂ ਵੱਲ ਧਿਆਨ ਦੇਣ ਨਾਲ ਤੇ ਨਵੇਂ ਤੇ ਸਰਲ ਹੱਲ ਸੁਝਦੇ ਹਨ। ਜਾਪਾਨ ਦੀ ਸਾਬਣ ਬਣਾਉਣ ਵਾਲੀ ਇੱਕ ਕੰਪਨੀ ਦੇ ਕਈ ਗਾਹਕਾਂ ਨੇ ਸ਼ਿਕਾਇਤ ਕੀਤੀ ਕਿ ਕਈ ਵਾਰ ਸਾਬਣ ਦੀਆਂ ਖਰੀਦੀਆਂ ਗਈਆਂ ਡੱਬੀਆਂ 'ਚ ਸਾਬਣ ਨਹੀਂ ਹੁੰਦਾ। ਪ੍ਰਸਿੱਧ ਕੰਪਨੀ ਲਈ ਇਹ ਬੜੀ ਬੇਇੱਜ਼ਤੀ ਵਾਲੀ ਗੱਲ ਸੀ। ਇਹ ਵਾਪਰਨ ਤੋਂ ਰੋਕਣ ਵਾਸਤੇ ਕਈ ਹੱਲ ਸੁਝਾਏ ਗਏ, ਪਰ ਉਹ ਸਾਰੇ ਬੜੇ ਮਹਿੰਗੇ ਸਨ। ਇੱਕ ਵਰਕਰ ਨੇ ਸੁਝਾਅ ਦਿੱਤਾ ਕਿ ਇਹ ਸਮੱਸਿਆ ਬੜੀ ਸੌਖਿਆਂ ਹੱਲ ਕੀਤੀ ਜਾ ਸਕਦੀ ਹੈ। ਉਹਨੇ ਕਿਹਾ, ਜਦੋਂ ਸਾਬਣ ਡੱਬੀ 'ਚ ਭਰਨ ਉਪਰੰਤ ਡੱਬੀ ਬੈਲਟ ਤੇ ਚੱਲਦੀ ਹੈ ਤਾਂ ਉੱਥੇ ਇੱਕ ਵੱਡਾ ਤੇ ਸ਼ਕਤੀਸ਼ਾਲੀ ਪੱਖਾ ਚਲਾਇਆ ਜਾਏ, ਜਿਸ ਦੀ ਤੇਜ਼ ਹਵਾ ਖਾਲੀ ਡੱਬਿਆਂ ਨੂੰ ਉਡਾ ਦੇਗੀ। ਇਵੇਂ ਕੋਈ ਖਾਲੀ ਡੱਬੀ ਅੱਗੇ ਨਹੀਂ ਜਾਏਗੀ। ਵਿਗਿਆਨੀਆਂ ਦੀਆਂ ਪ੍ਰਾਪਤੀਆਂ ਕਾਢਾਂ ਤੇ ਘਾੜਤਾਂ ਨੂੰ ਔਖੇ ਕੰਮ ਸੌਖੇ ਕਰ ਦਿੱਤੇ ਹਨ। ਪਹਾੜ ਤੇ ਚੜ੍ਹਨ ਵਾਂਗ ਔਖੇ ਕੰਮ ਕਰਨ ਵਾਲੇ ਆਪਣੀਆਂ ਮੁਸ਼ਕਲਾਂ ਆਪ ਹੱਲ ਕਰਦੇ ਹਨ। ਮਾਊਂਟ ਐਵਰੈਸਟ ਨੂੰ ਫਤਿਹ ਕਰਨਾ ਮਨੁੱਖ ਦੇ ਸਿਦਕ, ਸਿਰੜ ਤੇ ਹੌਸਲੇ ਦਾ ਸਬੂਤ ਹੈ। ਜਿਹੜੇ ਸਿਖਰ ਤੇ ਪਹੁੰਚਣ 'ਚ ਸਫਲ ਹੋਏ ਉਹ ਤਿਆਰੀ ਕਰਕੇ ਗਏ ਸਨ। ਆਪਣੀਆਂ ਮੁਸ਼ਕਲਾਂ ਹੋਰਾਂ ਨੂੰ ਦੱਸੋਗੇ ਤਾਂ ਬਹੁਤੇ ਪਰਵਾਹੀ ਨਹੀਂ ਕਰਨਗੇ, ਬਾਕੀ ਤੁਹਾਡੀਆਂ ਮੁਸ਼ਕਲਾਂ ਤੇ ਪ੍ਰਸੰਨ ਹੋਣਗੇ। ਔਖੇ ਸਬਕ ਅਤੇ ਔਖੇ ਹੋ ਕੇ ਸਿੱਖੇ ਸਬਕ ਔਖੇ ਸਮਿਆਂ 'ਚ ਕੰਮ ਆਉਂਦੇ ਹਨ। ਅਜੋਕੇ ਯੁੱਗ 'ਚ ਜਾਣਕਾਰੀ ਤੇ ਟੈਕਨੋਲੋਜੀ ਦਾ ਮੀਂਹ ਵਸ ਰਿਹਾ ਹੈ। ਅਵਸਰ ਆਵਾਜ਼ਾਂ ਮਾਰ ਰਹੇ ਹਨ। ਤੁਸੀਂ ਔਖੇ ਕੰਮ ਕਰਨ ਦਾ ਬੀੜਾ ਚੁੱਕੋ। ਸੰਸਾਰ ਤੁਹਾਡੀ ਜ਼ਿੰਦਗੀ ਨੂੰ ਸੌਖਾ ਬਣਾਉਣ ਦਾ ਵਾਅਦਾ ਨਿਭਾਏਗਾ। ਧੰਨਵਾਦ।